ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ, ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਮੌਕਾ ਮਿਲਦਾ ਹੈ ਤੇ ਉਹਦੀਆਂ ਗੱਲਾਂ ਸਾਡੇ ਕਦਮਾਂ ਲਈ ਚਿਰਾਗ ਏ ਤੇ ਰਾਹ ਲਈ ਰੋਸ਼ਨੀ ਹੈ। ਤੇ ਆਓ ਫਿਰ ਉਹਦੀਆਂ ਗੱਲਾਂ ਦੇ ਵਿੱਚੋਂ ਸੁਣੀਏ, ਸਿੱਖੀਏ। ਤੇ ਅੱਜ ਜੋ ਕੁਝ ਅਸੀਂ ਸੁਣਨ ਵਾਲੇ ਹਾਂ, ਸਿੱਖਣ ਵਾਲੇ ਹਾਂ, ਯੂਹੰਨਾ 4 ਬਾਬ ਤੇ 4 ਐਤ ਤੋਂ ਪੜ੍ਹਨੇ ਆ ਤੇ ਲਿਖਿਆ ਮਿਲਦਾ ਹੈ, ਕਿਉਂਕਿ ਯੂਹੰਨਾ ਇਸ ਗੱਲ ਤੋਂ ਬੜਾ ਨਾਖੁਸ਼ ਤੇ ਨਾਰਾਜ਼ ਹੋਇਆ ਤੇ ਉਹਨੇ ਖੁਦਾਵੰਦ ਨੂੰ ਇਹ ਆਖਿਆ ਕਿ ਖੁਦਾਵੰਦ, ਜਦੋਂ ਮੈਂ ਆਪਣੇ ਵਤਨ ਦੇ ਵਿੱਚ ਸੀਗਾ ਤੇ ਤਰਸੀਸ ਨੂੰ ਭੱਜ ਗਿਆ ਸੀ ਤੇ ਮੈਂ ਇਹੋ ਹੀ ਨਹੀਂ ਸੀਗਾ ਕਹਿੰਦਾ ਕਿ ਤੂੰ ਰਹੀਮ ਏ ਤੇ ਕਰੀਮ ਏ ਤੇ ਤੂੰ ਕਹਿਰ ਕਰਨ ਵਿੱਚ ਧੀਮਾ ਏ ਤੇ ਸ਼ਫਕਤ ਵਿੱਚ ਗਨੀ ਏ ਤੇ ਅਜ਼ਾਬ ਨਾਜ਼ਲ ਕਰਨ ਤੋਂ ਤੂੰ ਬਾਜ਼ ਰਹਿਣਾ ਹੈ। ਹੁਣ ਮੈਂ ਤੇਰੀ ਮਿਹਨਤ ਕਰਨਾ ਹੈ ਕਿ ਮੇਰੀ ਜਾਨ ਲੈ ਲਾ, ਕਿਉਂਕਿ ਮੇਰੇ ਇਸ ਜੀਣੇ ਤੋਂ ਮਰ ਜਾਣਾ ਹੀ ਬਿਹਤਰ ਹੈ। ਖੁਦਾਵੰਦ ਨੇ ਗੱਲ ਕਹੀ ਕਿ ਤੂੰ ਕਿਉਂ ਨਾਰਾਜ਼ ਹੈ। ਤੇ ਯੂਹੰਨਾ ਸ਼ਹਿਰ ਤੋਂ ਬਾਹਰ ਮਸ਼ਰਕ ਦੀ ਤਰਫ ਜਾ ਬੈਠਾ ਤੇ ਉੱਥੇ ਆਪਣੇ ਲਈ ਇੱਕ ਛੱਪਰ ਬਣਾ ਲਿਆ ਤੇ ਉਹਦੇ ਸਾਇਆ ਦੇ ਵਿੱਚ ਬੈਠਿਆ ਤੇ ਇਸ ਗੱਲ ਨੂੰ ਵੇਖੀ ਕਿ ਸ਼ਹਿਰ ਦਾ ਕੀ ਹਾਲ ਹੁੰਦਾ ਏ। ਤੇ ਕੱਦੂ ਦੀ ਵੇਲ ਉੱਗੀ ਏ ਤੇ ਯੂਹੰਨਾ ਦੇ ਉੱਪਰ ਉਹਨੇ ਫਲਾਓ ਕੀਤਾ ਏ ਤਾਂ ਕਿ ਇਹਦੇ ਸਿਰ ਉੱਤੇ ਸਾਇਆ ਨਾ ਹੋਵੇ, ਇਹਦੇ ਸਿਰ ਉੱਤੇ ਧੁੱਪ ਨਾ ਪਵੇ ਤੇ ਉਹ ਤਕਲੀਫ ਤੋਂ ਬਚ ਜਾਵੇ। ਯੂਹੰਨਾ ਉਸ ਬੇਲ ਦੇ ਸਬਬੋਂ ਨਹਾਇਤ ਖੁਸ਼ ਹੋਇਆ ਤੇ ਦੂਸਰੇ ਦਿਨ ਕੀੜਿਆ ਆਇਆ ਏ ਤੇ ਉਸ ਕੀੜੇ ਨੇ ਆਣ ਕੇ ਵੇਲ ਨੂੰ ਕੱਟ ਦਿੱਤਾ ਏ ਤੇ ਉਹ ਸੁੱਕ ਗਈ। ਤੇ ਜਦੋਂ ਸੂਰਜ ਚੰਗਾ ਚੜ ਆਇਆ, ਦੁਪਹਿਰ ਹੋ ਗਈ ਏ ਤੇ ਮਸ਼ਰਕ ਤੋਂ ਫਿਰ ਜਦੋਂ ਲੋ ਵੀ ਚੱਲੀ ਏ ਤੇ ਸੂਰਜ ਨੇ ਵੀ ਆਪਣੀ ਪੂਰੀ ਗਰਮੀ ਦਿਖਾਈ ਏ ਤੇ ਯੂਹੰਨਾ ਦੇ ਸਿਰ ਉੱਤੇ ਅਸਰ ਹੋਇਆ ਤੇ ਉਹ ਬੇਤਾਬ ਹੋ ਗਿਆ ਤੇ ਮੌਤ ਦਾ ਆਰਜ਼ੂਮੰਦ ਹੋ ਕੇ ਕਹਿਣ ਲੱਗਾ, ਮੇਰੇ ਇਸ ਜੀਣ ਤੋਂ ਮਰ ਜਾਣਾ ਹੀ ਬਿਹਤਰ ਹੈ। ਖੁਦਾ ਨੇ ਯੂਹੰਨਾ ਨੂੰ ਆਖਿਆ, ਇਸ ਬੇਲ ਦੇ ਸਬਬੋਂ ਤੂੰ ਐਸਾ ਨਾਰਾਜ਼, ਇਸ ਬੇਲ ਦੇ ਸਬਬੋਂ ਇਸ ਬੇਲ ਦੇ ਸਬਬੋਂ ਤੂੰ ਐਸਾ ਨਾਰਾਜ਼ ਆ ਤੇ ਤੈਨੂੰ ਇੰਨਾ ਵੀ ਖਿਆਲ ਨਹੀਂ ਕਿ ਨਾ ਤੂੰ ਇਹ ਤੇ ਮਿਹਨਤ ਕੀਤੀ, ਨਾ ਇਹਨੂੰ ਉਗਾਇਆ। ਇੱਕ ਹੀ ਰਾਤ ਚੁੱਗੀ ਤੇ ਫਿਰ ਸੁੱਕ ਵੀ ਗਈ। ਤੇ ਕਿਆ ਮੈਨੂੰ ਲਾਜ਼ਮ ਨਹੀਂ ਸੀ ਕਿ ਮੈਂ ਏਡੇ ਵੱਡੇ ਸ਼ਹਿਰ ਨੈਨਵਾ ਦਾ ਖਿਆਲ ਕਰੂੰ, ਜਿਹਦੇ ਵਿੱਚ 1,20,000 ਤੋਂ ਜ਼ਿਆਦਾ ਇਹੋ ਜਿਹੇ ਨੇ ਜਿਹੜਾ ਦਾएं ਬਾएं ਵਿੱਚ ਇਮਤਿਆਜ਼ ਨਹੀਂ ਰੱਖਦੇ ਕਿ ਦਾਇਆ ਕਿਹੜਾ ਹੈ ਤੇ ਬਾਇਆ ਕਿਹੜਾ ਏ। ਤੇ ਬੇਸ਼ੁਮਾਰ ਮੋਇਸ਼ੀ ਵੀ ਭਲਿਓ ਬੰਦਾ ਅੱਜ ਵੀ ਇਹ ਗੱਲ ਵੀ ਕਹਿੰਦਾ ਸਲਾਮਤੀ ਹੋਵੇ, ਸਲਾਮਤੀ ਹੋਵੇ। ਤੇ ਜਦੋਂ ਰੱਬ ਉਹਦੇ ਕੋ ਕੰਮ ਲੈਂਦਾ ਹੈ ਕਿ ਤੇਰੀ ਵਜ੍ਹਾ ਨਾਲ ਸਲਾਮਤੀ ਹੋਣੀ ਹੈ, ਤੂੰ ਜਾ ਕੇ ਗੱਲ ਕਰ
ਤੇ ਜੇ ਚਲਾ ਜਾਂਦਾ ਹੈ ਤੇ ਕੋਈ ਲੋਕ ਤੋਬਾ ਕਰ ਜਾਂਦੇ ਆ। ਈਮਾਨ ਦੀ ਕਿਤਾਬ 3 ਬਾਬ ਤੇ 19 ਐ ਚ ਲਿਖਿਆ ਹੈ, ਤੋਬਾ ਕਰੋ ਤੇ ਰੁਜੂ ਲਿਆਓ, ਇਸ ਤਰ੍ਹਾਂ ਤੁਹਾਡੇ ਗੁਨਾਹ ਮਿਟਾਏ ਜਾਣ ਤੇ ਅਸਮਾਨ ਦੇ ਉੱਤੋਂ ਤਾਜ਼ਗੀ ਦੇ ਦਿਨ ਆਉਣ। ਤੇ ਜਦੋਂ ਕੋਈ ਤੋਬਾ ਕਰਦਾ ਹੈ, ਖੁਦਾ ਵਾਲੇ ਬੰਨੇ ਆ ਜਾਂਦਾ, ਤੇ ਅਸੀਂ ਫਿਰ ਨਾਰਾਜ਼ ਹੁੰਨੇ ਆ। ਤੂੰ ਤੇ ਆਖਿਆ ਤਬਾਹ ਕਰਨਾ, ਤੇ ਤੂੰ ਤਬਾਹ ਕਿਉਂ ਨਹੀਂ ਕੀਤਾ? ਸੋ ਵੀ ਖੁਦਾ ਬੰਦਿਆਂ ਦੇ ਵਸੀਲੇ ਬੰਦਿਆਂ ਨੂੰ ਬਚਾਉਣਾ ਚਾਹੁੰਦਾ ਹੈ। ਕਰੰਥਸ ਦੇ ਲੋਕਾਂ ਨੂੰ ਖਤ ਲਿਖਦੇ ਆ ਰਸੂਲ ਨੇ ਇੱਕ ਗੱਲ ਕਹੀ ਕਿ ਅਸੀਂ ਮਿੱਟੀ ਦੇ ਬਰਤਨ ਆ, ਤੇ ਇਹਨਾਂ ਬਰਤਨਾਂ ਦੇ ਵਿੱਚ ਜੋ ਕੁਝ ਕੁਦਰਤ ਹੈ ਇਹ ਖੁਦਾ ਦੀ ਤਰਫ। ਤੇ ਰੋਮੀਓ 9 ਬਾਬ 21 ਐਚ ਚ ਵੀ ਲਿਖਿਆ ਮਿਲਦਾ ਹੈ। ਰੋਮੀਓ 9 ਬਾਬ 21 ਐਤ ਨੂੰ ਪੜ੍ਹੀਏ ਤੇ ਲਿਖਿਆ ਹੈ, ਕਿਆ ਕੁਮਾਰ ਨੂੰ ਇਖਤਿਆਰ ਨਹੀਂ ਕਿ ਇੱਕ ਹੀ ਲਾਉਂਦੇ ਦੇ ਨਾਲ। ਉਹ ਕਹਿੰਦਾ ਮੈਂ ਕੁਮਾਰ ਆ, ਤੁਸੀਂ ਮੇਰੇ ਹੱਥ ਵਿੱਚ ਮਿੱਟੀ ਦੇ ਬਰਾਬਰ ਹੋ। ਉਹ ਬਰਤਨ ਬਣਾਵੇ, ਇੱਕ ਬੇਇੱਜ਼ਤ ਹੋਣ ਵਾਸਤੇ ਬਣਾ ਦੇ ਤੇ ਇੱਕ ਇੱਜ਼ਤ ਵਾਸਤੇ ਬਣਾ ਦੇਵੇ, ਇਹ ਉਹਦੀ ਮਰਜ਼ੀ ਹੈ। ਕਿਆ ਤੇਜਬ ਕਿ ਉਹ ਜਿਹੜਾ ਗਜ਼ਬ ਵਾਸਤੇ ਉਹਨੇ ਬਰਤਨ ਬਣਾਇਆ ਹੈ, ਉਹਨੂੰ ਹਾਲੇ ਤੱਕ ਉਹਨੇ ਤਬਾਹ ਨਹੀਂ ਕੀਤਾ। ਤੇ ਇਸ ਕਰਕੇ ਨਹੀਂ ਕੀਤਾ ਕਿ ਉਹ ਤਹਮਲ ਦੇ ਨਾਲ ਉਹਨਾਂ ਬਰਤਨਾਂ ਦੇ ਨਾਲ ਪੇਸ਼ ਆਉਂਦਾ ਹੈ, ਤਬਾਹ ਨਹੀਂ ਕਰਨ ਡਿਆ, ਬਰਬਾਦ ਨਹੀਂ ਕਰਨ ਡਿਆ। ਜਿਹੜੇ ਹਲਾਕ ਹੋਣ ਵਾਸਤੇ ਉਹਨੇ ਤਿਆਰ ਕੀਤੇ ਸੀਗੇ। ਤੇ 23 ਐਚ ਲਿਖਿਆ, ਇਹ ਇਸ ਲਈ ਹੋਇਆ ਹੈ, ਇਹ ਇਸ ਲਈ ਹੋਇਆ ਹੈ ਕਿ ਆਪਣੀ ਜਲਾਲ ਦੀ ਦੌਲਤ, ਆਪਣੀ ਜਲਾਲ ਦੀ ਦੌਲਤ ਰਹਿਮ ਤੇ ਬਰਤਨਾਂ ਦੇ ਜ਼ਰੀਏ ਆਸ਼ਕਾਰਾ करे। कुछ लोगों को दूसरी दौलत है, कुछ लोगों को जलाल दी दौलत है। हुण जलाल दी दौलत रहम दे बर्तनां दे जरिए आशकारा करे, जिहड़े उसने जलाल ही पहले तो तैयार कीते सी। ते फिर 14 च लिखिया, यानी साडे जरिए ना जिन्हां नूं उसने ना फकत यहूदियां दे विचों बल्कि गैर कौमां दे विचों भी बुला लिया। ते लिखिया चनास होसी दी किताब दे विच इस तरह लिखिया मिलदा है कि जिहड़ी मेरी उम्मत नहीं सी, मैं उन्हां नूं भी हुण उम्मत कहांगा। जिहड़े मैं तबाह करन लई रखे सी, ਜਦੋਂ ਮੈਂ ਆਪਣੀ ਜਲਾਲ ਦੀ ਦੌਲਤ ਨੂੰ ਰਹਿਮ ਦੇ ਬਰਤਨਾਂ ਦੇ ਜ਼ਰੀਏ ਭੇਜਿਆ, ਤੇ ਉਹਨਾਂ ਦੇ ਵਿੱਚੋਂ ਦੌਲਤ ਦੂਸਰੇ ਬਰਤਨਾਂ 'ਚ ਚਲੇ ਗਈ, ਤੇ ਉਹ ਫਿਰ ਮੇਰੇ ਉਮਤੀ ਬਣ ਗਏ। ਤੇ ਫਿਰ ਲਿਖਿਆ, ਜਿਹੜੀ ਮੇਰੀ ਪਿਆਰੀ ਨਹੀਂ ਸੀ, ਜਿਹੜੀ ਕੌਮ, ਉਹ ਮੇਰੀ ਪਿਆਰੀ ਬਣ ਗਈ। ਤੇ ਆਓ ਅੱਜ ਵੇਲਾ ਹੈ ਉਹਦੇ ਜਲਾਲ ਦੀ ਦੌਲਤ ਜਿਹੜੀ ਰਹਿਮ ਦੇ ਬਰਤਨਾਂ ਦੇ ਵਿੱਚ यूना की तरह गुस्सा ना करिए। यूना हुण देखदा कि तबाह होने ही होने, बल्कि दुनिया नूं बचाइए, उहदे रहम दी जलाल दी दौलत लोगां तक वंडिए। मैं ते तेनूं कहिंदा सी, तू रहीम रहम करन वाला है, ਤੇ ਤੂੰ ਮੈਨੂੰ ਐਵੇਂ ਹੀ ਇੱਥੇ ਭੇਜਿਆ, ਤੂੰ ਮੈਨੂੰ ਐਵੇਂ ਹੀ ਭੇਜਿਆ। ਨਹੀਂ, ਯੂਨਾ ਗਿਆ ਏ, ਯੂਨੇ ਦਾ ਉੱਥੇ ਜਾਣਾ ਵੱਡੇ ਸ਼ਹਿਰ ਦਾ ਬਚਣਾ ਹੋਇਆ ਹੈ। ਤੇ ਆਓ ਅੱਜ ਲੋਕਾਂ ਕੋਲ ਜਾਈਏ,
ਰਸੂਲਾਂ ਦੇ ਇਮਾਲ 5 ਬਾਬ 17 ਆਇਤ ਦੱਸਦੀ ਹੈ, ਸਦੂਕੀਆਂ ਦੇ ਫਿਰਕੇ ਦੇ ਸਰਦਾਰਾਂ ਨੇ ਹਸਦ ਦੇ ਵਿੱਚ ਆਣ ਕੇ ਰਸੂਲਾਂ ਨੂੰ ਫੜਿਆ ਹੈ ਤੇ ਆਮ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ ਹੈ। ਖੁਦਾਵੰਦ ਦੇ ਫਰਿਸ਼ਤੇ ਨੇ ਛਡਾਇਆ ਹੈ ਤੇ ਛਡਾ ਕੇ ਤੇ ਉਹਨਾਂ ਨੂੰ ਦੱਸਿਆ ਹੈ ਕਿ ਮੈਂ ਤੈਨੂੰ ਕਿਉਂ ਛਡਾਇਆ ਹੈ। ਮੈਂ ਜੇ ਅਸਮਾਨ ਤੋਂ ਆਇਆ ਵਾਂ ਤੇ ਤੁਹਾਨੂੰ ਛਡਾਉਣ ਲਈ ਆਇਆ ਵਾਂ। ਕਿਉਂ ਛਡਾਉਣ ਲਈ ਆਇਆ? ਉਹਨਾਂ ਨੂੰ ਦੱਸਿਆ, ਤੁਹਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ ਨੇ ਤੇ ਜਾਓ ਜਾ ਕੇ ਲੋਕਾਂ ਨੂੰ ਦੱਸਿਓ, ਸੋ ਭਲਿਓ ਇਹ ਜ਼ਿੰਦਗੀ ਦੀਆਂ ਗੱਲਾਂ ਨੇ, ਇਹ ਰੱਬ ਨੇ ਸਾਨੂੰ ਦੱਸਣ ਵਾਸਤੇ ਦਿੱਤੀਆਂ ਨੇ। ਇਹ ਜਲਾਲ ਦੀ ਦੌਲਤ ਹੈ ਜਿਹੜੀ ਸਾਡੇ ਜ਼ਰੀਏ ਦੂਸਰਿਆਂ ਤੱਕ ਉਹ ਪਹੁੰਚਾਉਣਾ ਚਾਹੁੰਦਾ ਹੈ। ਤੇ ਆਓ ਅੱਜ ਵੇਲਾ ਹੈ ਇਸਤੇਮਾਲ ਹੋਈਏ, ਕਿਉਂਕਿ ਪਹਿਲਾ ਕਰੰਥੀਓ 9 ਬਾਬ 16 ਚ ਲਿਖਿਆ, ਅਗਰ ਤੂੰ ਇਸਤੇਮਾਲ ਹੁੰਦਾ ਵੀ ਪਿਆ ਵਾਂ ਤੇ ਫਿਰ ਵੀ ਫਖਰ ਨਾ ਕਰੀ, ਤੇ ਜੇ ਤੂੰ ਨਹੀਂ ਇਸਤੇਮਾਲ ਹੁੰਦਾ, ਕਲਾਮ ਤੇਰੇ ਕੋਲ ਹੈ ਲੇਕਿਨ ਤੂੰ ਨਹੀਂ ਸੁਣਾਉਂਦਾ, ਤੇ ਤੇਰੇ ਉੱਤੇ ਅਫਸੋਸ। ਕਿਉਂਕਿ ਰੋਮੀਓ ਪਹਿਲਾ ਬਾਬ 13 ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਜਦੋਂ ਰੋਮਾਂ ਦੇ ਲੋਕ ਗਿਲਾ ਕਰਦੇ, ਸ਼ਿਕਵਾ ਕਰਦੇ ਆ, ਸਾਡੇ ਕੋਲ ਨਹੀਂ ਆਉਂਦਾ, ਸਾਡੇ ਕੋਲ ਨਹੀਂ ਆਉਂਦਾ, ਉਹਨੇ ਆਖਿਆ ਮੈਂ ਤੇ ਬਾਹਰ ਹਾਂ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ, ਪਰ ਮੈਂ ਅੱਜ ਤੱਕ ਰੁਕਿਆ ਰਿਹਾ। ਕਿਉਂ ਰੁਕਿਆ ਰਿਹਾ? ਕਹਿੰਦਾ ਮੈਂ ਯੂਨਾਨੀਆਂ ਦਾ, ਗੈਰ ਯੂਨਾਨੀਆਂ, ਦਨਾਵਾਂ, ਨਦਾਨਾਂ ਦਾ, ਸਾਰਿਆਂ ਦਾ ਕਰਜ਼ਦਾਰ ਹਾਂ। ਮੈਂ ਆਪਣਾ ਕਰਜ਼ਾ ਲਾਉਂਦਾ ਰਿਹਾ। ਬਈ ਕਿਹੜਾ ਕਰਜ਼ਾ ਤੇਰੇ ਸਿਰ ਚੜ ਗਿਆ? ਉਹ ਕਹਿੰਦਾ ਵੀ ਜਿਹੜੇ ਰੋਮਾਂ ਦੇ ਵਿੱਚ ਤੁਸੀਂ, ਤੁਹਾਨੂੰ ਇਹ ਹੱਤਲ ਮਕਦੂਰ ਕਲਾਮ ਸੁਣਾਉਣ ਲਈ ਤਿਆਰ ਹੈ, ਕਿਉਂਕਿ ਮੈਂ ਅੰਜੀਲ ਤੋਂ ਨਹੀਂ ਸ਼ਰਮਾਉਂਦਾ। ਉਹ ਅੰਜੀਲ ਨੂੰ ਆਪਣੇ ਉੱਤੇ ਕਰਜ਼ ਸਮਝਦਾ ਹੈ ਕਿ ਅੰਜੀਲ ਨੂੰ ਸੁਣਾਉਣਾ ਮੇਰਾ, ਅਗਰ ਮੈਂ ਨਹੀਂ ਸੁਣਾਉਂਦਾ ਤੇ ਮੈਂ ਲੋਕਾਂ ਦਾ ਕਰਜ਼ਈ ਹੈ। ਕਿਉਂਕਿ ਪਹਿਲਾ ਪਤਰਸ ਪਹਿਲਾ ਹੀ ਬਾਬ 9 ਚ ਲਿਖਿਆ ਹੈ, ਤੁਹਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਜਾਤ ਹੈ। ਕਲਾਮ ਸੁਣਾਉਣਾ, ਰੂਹਾਂ ਬਚਾਉਣੀਆਂ। ਤੇ ਆਓ ਅੱਜ ਵੇਲਾ ਹੈ ਵਕਤ ਦੀ ਕਦਰ ਕਰਦਿਆਂ ਹੋਇਆਂ ਬੁਰੇ ਦਿਨਾਂ ਤੋਂ ਬਚਣ ਲਈ ਅੱਜ ਨੀਂਦ ਚੋਂ ਜਾਗੀਏ, ਅੰਜੀਲੀ ਮਨਾਦ ਬਣੀਏ, ਚੰਗੇ ਰਹਿ ਜਾਣਗੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੋਂ ਬਿਨਾਂ ਦਿੱਤਾ ਹੈ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਏ, ਇਸ ਇਮਾਨ ਤੇ ਉਮੀਦ ਨਾਲ ਕਿ ਤੇਰਾ ਕਲਾਮ ਲੋਕਾਂ ਦੇ ਕਦਮਾਂ ਲਈ ਚਿਰਾਗ, ਰਾਹ ਲਈ ਰੋਸ਼ਨੀ ਬਣੇ, ਝੂਠੀਆਂ ਤਨਜ਼ੀਮਾਂ ਤੋਂ ਛਡਾਵੇ ਤੇ ਲੋਕ ਅੰਜੀਲੀ ਮਨਾਦ ਬਣ, ਰਹਿਮ ਦੇ ਬਰਤਨ ਬਣ, ਜਲਾਲ ਦੀ ਦੌਲਤ ਦੂਸਰਿਆਂ ਤੱਕ ਵੰਡਣ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਭਲਿਓ ਕਲਾਮ ਨੂੰ ਲਾਇਕ ਕਰਿਓ, ਬੈਲ ਦਾ ਬਟਨ ਦਬਾਇਓ ਤਾਂ ਕਿ बर ਵਕਤ ਖੁਦਾਵੰਦ ਦਾ ਕਲਾਮ ਤੁਹਾਡੇ ਤੱਕ ਪਹੁੰਚੇ, ਤੇ ਆਪਣੇ ਦੋਸਤਾਂ ਦੇ ਨਾਲ ਵੀ ਇਸ ਚੈਨਲ ਨੂੰ ਸ਼ੇਅਰ ਕਰਿਓ। ਖੁਦਾ ਤੈਨੂੰ ਬਰਕਤ ਦੇ। ਇਹ ਚੈਨਲ ਦਾ ਨਾਂ ਹੈ ਰੱਬ ਦੀਆਂ ਗੱਲਾਂ। ਖੁਦਾ ਤੈਨੂੰ ਬਰਕਤ ਦੇਵੇ।